बथेरा ही डकना भी निके निके बच्चे आ आखना नहीं डके नहीं रहे साडे कोई दिओर जेठ नहीं गा ते किस तरह फिर इन्हां दी पालन पोषण बड़ी मुश्किल पालने आए कि ਉਹਦੇ ਭਾਂਡੇ ਮਾਂਜ ਉਹਦੀ ਬੱਤੀਆਂ ਕਰ ਕਰਕੇ ਮੈਂ ਤੇਰਾ ਆਪਾਂ ਝੱਟ ਨਗਾਇਆ ਭੈਣ ਭਰਾ ਕਿੰਨਾ ਕੁ ਚਿਰ ਦਿੰਦੇ ਆ ਹੁਣ ਮੇਰਾ ਇੱਡਾ ਕਿ ਮੇਰਾ ਪੋਤਰਾ ਆਇਆ ਸੀ ਪੜ੍ਹਾਈ ਖਣੋ ਵੀ ਬੈਠੇ ਆ ਵੀ ਇਹਨੂੰ ਪੜ੍ਹਨੇ ਕਿਸ ਤਰ੍ਹਾਂ ਮੈਂ ਪਾਵਾਂ ਇਸ ਵਕਤ ਘਰ ਦੇ ਵਿੱਚ ਹੈਗਾ ਕੋਈ 2-4 ਹਜ਼ਾਰ ਰੁਪਇਆ ਪਿਆ ਨਾ ਸਾਡੇ ਇੱਕ ਪੈਸਾ ਨਹੀਂ ਹੈਗਾ ਘਰ ਇੱਕ ਪੈਸਾ ਨਹੀਂ ਹੈਗਾ ਨਾ ਮੈਂ ਮੰਗ ਕੇ ਵੀ ਖਾਦਾ ਇਸ ਤਰ੍ਹਾਂ ਦੇ ਵੀ ਦਿਨ ਵੇਖੇ ਵੀ ਮੰਗ ਕੇ ਖਾਣ ਦੀ ਵੀ ਨੌਬਤ ਆ ਗਈ ਹਾਂਜੀ ਜਦੋਂ ਬੱਚੇ ਛੋਟੇ ਛੋਟੇ ਆ ਅੱਜ ਅਸੀਂ ਪਹੁੰਚੇ ਹਾਂ ਜੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠਰੂ 'ਚ ਕੱਲਾ ਮਾਪਿਆਂ ਦਾ ਪੁੱਤ ਤੇ ਉਸ ਤੋਂ ਬਾਅਦ ਪਿੱਛੇ ਪਤਨੀ ਤੇ 2 ਬੱਚੇ ਛੱਡ ਗਿਆ ਕਿਵੇਂ ਫਿਰ ਉਹਨਾਂ ਦੀ ਪਾਲਣਾ ਪੋਸ਼ਣਾ ਕੀਤੀ ਉਹਨਾਂ ਦੀ ਧਰਮ ਪਤਨੀ ਨੇ ਤੇ ਕਿਵੇਂ ਜਿਹੜੀਆਂ ਨੇ ਜ਼ਿੰਦਗੀ ਦੀਆਂ ਕਈ ਮੁਸ਼ਕਲਾਂ ਦੇ ਵਿੱਚੋਂ ਲੰਘਦੇ ਹੋਏ ਅੱਜ ਤੱਕ ਦਿਨ ਗੁਜ਼ਰੇ ਨੇ ਆਓ ਤੁਹਾਨੂੰ ਮਿਲਾਉਂਦੇ ਹਾਂ ਜੀ ਸ਼ਹੀਦ ਭਾਈ ਹਰਭਜਨ ਸਿੰਘ ਦੀ ਪਤਨੀ ਬੀਬੀ ਕੁਲਵੰਤ ਕੌਰ ਜੀ ਦੇ ਨਾਲ ਸੰਘਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠਰੂ 'ਚ ਠਰੂ ਪਿੰਡ ਦੇ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਸ ਸੰਘਰਸ਼ ਦੀ ਭੇਂਟ ਚੜ੍ਹੇ ਨੇ ਔਰ ਅੱਜ ਅਸੀਂ ਪਹੁੰਚੇ ਹਾਂ ਜੀ ਸ਼ਹੀਦ ਭਾਈ ਹਰਭਜਨ ਸਿੰਘ ਦੇ ਘਰ ਜਿਹੜੇ ਕਿ 20 ਜੂਨ 1990 ਨੂੰ ਪੱਟੀ ਏਰੀਏ ਦੇ ਵਿੱਚ ਹੋਏ ਇੱਕ ਪੁਲਿਸ ਮੁਕਾਬਲੇ ਦੇ ਵਿੱਚ ਜਿਹੜੇ ਉਹ ਸ਼ਹੀਦ ਹੋ ਗਏ ਸਨ ਕੱਲਾ ਮਾਪਿਆਂ ਦਾ ਪੁੱਤ ਤੇ ਉਸ ਤੋਂ ਬਾਅਦ ਪਿੱਛੇ ਪਤਨੀ ਤੇ 2 ਬੱਚੇ ਛੱਡ ਗਿਆ ਕਿਵੇਂ ਫਿਰ ਉਹਨਾਂ ਦੀ ਪਾਲਣਾ ਪੋਸ਼ਣਾ ਕੀਤੀ ਉਹਨਾਂ ਦੀ ਧਰਮ ਪਤਨੀ ਨੇ ਤੇ ਕਿਵੇਂ ਜਿਹੜੀਆਂ ਨੇ ਜ਼ਿੰਦਗੀ ਦੀਆਂ ਕਈ ਮੁਸ਼ਕਲਾਂ ਦੇ ਵਿੱਚੋਂ ਲੰਘਦੇ ਹੋਏ ਅੱਜ ਤੱਕ ਦਿਨ ਗੁਜ਼ਰੇ ਨੇ ਆਓ ਤੁਹਾਨੂੰ ਮਿਲਾਉਂਦੇ ਹਾਂ ਜੀ ਸ਼ਹੀਦ ਭਾਈ ਹਰਭਜਨ ਸਿੰਘ ਦੀ ਪਤਨੀ ਬੀਬੀ ਕੁਲਵੰਤ ਕੌਰ ਜੀ ਦੇ ਨਾਲ ਆਓ ਜੀ ਤੁਹਾਨੂੰ ਸਰਦਾਰ ਹਰਭਜਨ ਸਿੰਘ ਜੀ ਦੇ ਘਰ ਦੇ ਹਾਲਾਤ ਵਿਖਾਉਂਦੇ ਆ ਜਿਹੜੇ ਉਹਨਾਂ ਦੇ ਸ਼ਹੀਦ ਹੋਣ ਤੋਂ ਪਹਿਲਾਂ 1990 ਤੋਂ ਕਿਤੇ ਪਹਿਲਾਂ ਦੇ ਇਹ ਮਕਾਨ ਬਣੇ ਆ ਤੇ ਜਿੱਥੇ ਉਹ ਛੱਡ ਗਏ ਨੇ ਜਿਸ ਤਰ੍ਹਾਂ ਦਾ ਉਹ ਛੱਡ ਗਿਆ ਬਸ ਤਕਰੀਬਨ ਉਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਇਸ ਘਰ ਦੇ ਰਹੇ ਨੇ ਤੁਸੀਂ ਵੇਖ ਰਹੇ ਹੋ ਕਿ ਸਾਰਾ ਥੱਲਿਓਂ ਕੱਚਾ ਜੀ ਤੇ ਛੱਤ ਦੇ ਉੱਤੇ ਇੱਧਰ TR ਪਏ ਹੋਏ ਨੇ ਜੀ ਔਰ ਇਹ ਵੀ ਪੂਰੀ ਤਰ੍ਹਾਂ ਜੰਗਾਲ ਨਾਲ ਖਾਧੇ ਗਏ ਆ ਤੇ ਉੱਪਰ ਤੁਸੀਂ ਵੇਖ ਰਹੇ ਹੋ ਕਿ ਬਾਲਿਆਂ ਦੀ ਹਾਲਤ ਜਿਹੜੀ ਹੈ ਬੜੀ ਨਾਜ਼ੁਕੀ ਹੈ ਇਹ ਕਮਰਾ ਜੀ ਇਹਦੇ 'ਚ ਮਤਲਬ ਸਿੱਧੀਆਂ ਇੱਟਾਂ ਹੀ ਲੱਗੀਆਂ ਹੋਈਆਂ ਥੱਲੇ ਕੋਈ ਪੱਕੇ ਤੌਰ 'ਤੇ ਇਹ ਮਤਲਬ ਪਲਸਤਰ ਨਹੀਂ ਕਿਹਾ ਜਾ ਸਕਦਾ ਇਹਨੂੰ ਅਤੇ ਉੱਪਰ ਛੱਤ ਤੁਹਾਡੇ ਸਾਹਮਣੇ ਹੀ ਆ ਜੀ ਬਾਲਿਆਂ ਦੀ ਇਹ ਚੌਂਕਾ ਕਹਿ ਲਓ ਇਹੋ ਰਸੋਈ ਹੈ ਜੀ ਇਹਨਾਂ ਦੀ
ਛੋਟੀ ਜੀ। ਇਹ ਜੋ ਸਾਹਮਣੇ ਤੁਸੀਂ ਬਾਥਰੂਮ ਬਣਿਆ ਵੇਖ ਰਹੇ ਹੋ, ਇਹ ਖਾਲਸਾ ਸੇਵਾ ਟਰਸਟ ਯੂਕੇ ਦੀ ਸੰਸਥਾ ਹੈ ਜੀ। ਇਹ ਉਹਨਾਂ ਨੇ ਇਹ ਸੇਵਾ ਕਰਕੇ ਦਿੱਤੀ ਹੈ ਕਿ ਤਾਂ ਕਿ ਥੋੜ੍ਹੀ ਬਹੁਤੀ ਇਹਨਾਂ ਨੂੰ ਰਾਹਤ ਹੋ ਸਕੇ ਘਰ ਦੇ ਵਿੱਚ ਇਸ਼ਨਾਨ ਪਾਣ ਦੀ। ਬਾਕੀ ਘਰ ਦੇ ਹਾਲਾਤ ਜਿਹੜੇ ਆ ਉਹ ਤੁਹਾਡੇ ਸਾਹਮਣੇ ਹੀ ਆ ਜੀ। ਆਓ ਜੀ ਗੱਲ ਕਰਦੇ ਹਾਂ ਬੀਬੀ ਕੁਲਵੰਤ ਕੌਰ ਦੇ ਨਾਲ, ਜਿਹੜੀ ਕਿ ਧਰਮ ਪਤਨੀ ਆ ਸ਼ਹੀਦ ਭਾਈ ਹਰਭਜਨ ਸਿੰਘ ਦੀ। ਭਾਈ ਹਰਭਜਨ ਸਿੰਘ ਜਿਹੜੇ ਕਿ 20 ਜੂਨ 1990 ਨੂੰ ਪੱਟੀ ਏਰੀਏ ਦੀ ਪੁਲਿਸ ਵੱਲੋਂ ਇੱਕ ਮੁਕਾਬਲੇ ਦੇ ਵਿੱਚ ਜਿਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਸੀ। ਆਪਣੇ ਪਿੱਛੇ ਇੱਕ ਬੇਟਾ ਤੇ ਇੱਕ ਬੇਟੀ ਪਤਨੀ ਤੋਂ ਇਲਾਵਾ ਉਹ ਇਸ ਪਰਿਵਾਰ ਨੂੰ ਛੱਡ ਗਏ, ਅਤੇ ਪਰਿਵਾਰ ਛੋਟੇ ਬੱਚਿਆਂ ਦੇ ਨਾਲ ਬੀਬੀ ਕੁਲਵੰਤ ਕੌਰ ਨੇ ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰੀ ਅਤੇ ਕਿਵੇਂ ਹੁਣ ਤੱਕ ਸਾਰਾ ਸਿਲਸਿਲਾ ਚੱਲ ਰਿਹਾ, ਅਤੇ ਕੌਣ ਕਦੀ ਕੋਈ ਮਦਦ ਕਰਨ ਆਇਆ ਜਾਂ ਨਹੀਂ ਆਇਆ, ਸਾਰੀਆਂ ਗੱਲਾਂ ਕਰਦੇ ਹਾਂ ਬੀਬੀ ਕੁਲਵੰਤ ਕੌਰ ਜੀ ਦੇ ਨਾਲ। ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਬੀਬੀ ਜੀ, ਇਹ ਭਾਈ ਹਰਭਜਨ ਸਿੰਘ ਜਿਹੜੇ ਨੇ, ਇਹ ਕਿਹੜੇ ਵੇਲੇ ਇਹ ਹਥਿਆਰ ਵਾਲੇ ਹਥਿਆਰ ਚੁੱਕ ਕੇ ਤੇ ਇਹ ਖਾੜਕੂ ਸੰਘਰਸ਼ ਦੇ ਵਿੱਚ ਤੁਰ ਪਏ? ਇਹ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਨਾ, ਚੋਰੀ ਛੱਪੀ ਕੇ ਫਿਰ ਜਾਂਦੇ ਹੁੰਦੇ ਸੀਗੇ। ਅੱਛਾ। ਵੀ ਇਸ ਤਰ੍ਹਾਂ ਸ਼ੌਂਕ ਨਾਲ ਹੀ ਚਲੇ ਗਏ। ਅੱਛਾ। ਹਾਂ, ਅਸੀਂ ਬਥੇਰਾ ਡੱਕਦੇ ਹੁੰਦੇ, ਫਿਰ ਨਹੀਂ, ਉਹ ਡੱਕੇ ਨਹੀਂ ਰਹੇ। ਅੱਛਾ। ਕਦੀ ਘਰ ਦੇ ਵਿੱਚ ਇਸ ਤਰ੍ਹਾਂ ਕੋਈ ਆਉਣਾ ਜਾਣਾ ਸੀ ਖਾੜਕੂ ਬੰਦਿਆਂ ਦਾ, ਹਥਿਆਰਬੰਦ ਬੰਦਿਆਂ ਦਾ? ਆਏ ਇੱਕ ਦੋ ਵਾਰ ਆਉਂਦੇ ਰਹੇ ਆ। ਅੱਛਾ, ਪ੍ਰਸ਼ਾਦਾ ਪਾਣੀ ਛਕ ਜਾਣਾ? ਨਹੀਂ, ਪ੍ਰਸ਼ਾਦਾ ਪਾਣੀ ਨਹੀਂ ਛਕਿਆ ਸਰ, ਇਹਨਾਂ ਨੂੰ ਆਵਾਜ਼ ਮਾਰ ਕੇ ਲੈ ਜਾਂਦੇ ਰਹੇ ਆ। ਅੱਛਾ, ਇਹਨਾਂ ਨੂੰ ਲੈ ਜਾਣੀ? ਹਾਂ, ਇਹਨਾਂ ਲੈ ਜਾਂਦੇ ਰਹੇ ਆ। ਅੱਛਾ। ਇੱਥੇ ਕਈ ਵਾਰੀ ਮੈਂ ਆਪਣੇ ਸਹੁਰੇ ਨੂੰ ਦੱਸਣਾ, ਕਈ ਵਾਰੀ ਮੈਂ ਨਾ ਦੱਸਣਾ। ਅੱਛਾ। ਦਾਦੀ ਨੇ, ਠੀਕ ਹੈ। ਆਂਢ ਗੁਆਂਢ ਵੀ ਨਹੀਂ ਗੱਲ ਕਰਨੀ। ਅੱਛਾ। ਹਾਂ, ਮਾਲ ਡੰਗਰ ਹੈਗਾ ਸੀ ਘਰ, ਮੈਂ ਆ ਵੀ ਪੱਠੇ ਪਾਉਣੇ, ਆਖਣਾ ਮੈਂ ਉੱਥੇ ਚੱਲਿਆ, ਮੈਂ ਉੱਥੇ ਚੱਲਿਆ। ਅੱਛਾ। ਤੇ ਜਾਣਾ ਉਹਨਾਂ ਦੇ ਨਾਲ। ਮਤਲਬ ਕਦੀ ਕੋਈ ਗੱਲ ਜਿਹੜੀ ਆ ਇਹਨਾਂ ਨੇ ਕੀਤੀ ਸੀਗੀ ਵੀ ਦਰਬਾਰ ਸਾਹਿਬ ਤੇ ਹਮਲੇ ਦਾ ਕੋਈ ਇਹਨਾਂ ਦੇ ਮਨ 'ਚ ਗੁੱਸਾ ਵਾ ਜਾਂ ਕੋਈ ਰੋਸ ਆ? ਨਹੀਂ, ਇੰਨੀ ਗੱਲ ਸਾਡੇ ਨਾਲ ਕੋਈ ਨਹੀਂ ਸੀ ਕੀਤੀ। ਇਹ ਗਏ ਘਰੋਂ ਸ਼ੌਂਕ ਨਾਲ ਹੀ ਗਏ ਆ। ਅੱਛਾ। ਹਾਂ, ਸ਼ੌਂਕ ਨਾਲ ਹੀ ਗਏ ਘਰੋਂ। ਬਥੇਰਾ ਅਸੀਂ ਡੱਕਣਾ ਵੀ ਨਿੱਕੇ ਨਿੱਕੇ ਬੱਚੇ ਆ, ਆਖਣਾ ਨਹੀਂ ਡੱਕੇ ਨਹੀਂ ਰਹੇ ਸਾਡੇ। ਅੱਛਾ। ਜਦੋਂ ਖੀਰੀ ਜਾਣ ਲੱਗੇ ਆ, ਉਹਨਾਂ ਦਾ ਕੁੰਡਾ ਮਾਰ ਲਾ, ਮੈਂ ਆਉਣਾ। ਅੱਛਾ। ਮੈਂ ਅੰਦਰੋਂ ਕੁੰਡਾ ਮਾਰ ਲਿਆ, ਨਿਆਣੇ ਲੈ ਕੇ ਪੈ ਗਈ ਆ, ਤੇ ਮੁੜ ਕੇ ਬਾਬਾ ਜੀ ਨੇ ਚਲੋ ਪਤਾ ਲੱਗ ਸ਼ਹੀਦ ਹੋ ਗਏ ਆ। ਤੇ ਜਦੋਂ ਇਹ ਭਗੌੜੇ ਹੋ ਗਏ ਮੁੰਡਿਆਂ ਦੇ ਨਾਲ ਚਲੇ ਗਏ ਸਿੰਘਾਂ ਦੇ ਨਾਲ, ਤੇ ਫਿਰ ਮਗਰੋਂ ਪੁਲਿਸ ਵੀ ਤੰਗ ਕਰਦੀ ਹੋਣੀ ਬੜੀ? ਪੁਲਿਸ ਜਦੋਂ ਸ਼ਹੀਦ ਹੋਏ ਆ ਨਾ, ਉਦੋਂ ਪੁਲਿਸ ਸਾਡੇ ਘਰੇ ਆਈ ਆ। ਉਦੋਂ ਮਤਲਬ ਪਹਿਲਾਂ ਨਹੀਂ ਕਦੀ ਆਈ ਘਰ? ਇਹ ਗੁਪਤ ਜਾਂਦਾ ਰਿਹਾ ਨਾ। ਅੱਛਾ। ਗੁਪਤ ਜਾਂਦਾ ਰਿਹਾ, ਇੱਥੇ ਆਂਢ ਗੁਆਂਢ ਅਸੀਂ ਕਿਸੇ ਨੂੰ ਨਾ ਦੱਸਣਾ। ਅੱਛਾ। ਗੁਪਤ ਜਾਂਦਾ ਰਿਹਾ, ਤੇ ਮੁੜ ਕੇ ਜਿੱਦਣ ਭੋਗ ਪੈਣਾ ਸੀ ਉਦੋਂ ਪੁਲਿਸ ਵਾਲੇ ਆਏ। ਅੱਛਾ। ਕਿ ਮੇਰਾ ਸਾਡਾ ਇਕੱਲਾ ਹੈਗਾ, ਕੋਈ ਹੈ ਨਹੀਂ, ਸਿਰ ਚੁੱਕ ਨਹੀਂ ਹੈਗਾ। ਅੱਛਾ, ਇਹਦਾ ਹੋਰ ਭਰਾ ਵੱਡਾ ਛੋਟਾ ਕੋਈ ਨਹੀਂ ਸੀ? ਇਕੱਲਾ ਸੀ। ਫਿਰ ਬੱਚੇ ਦੋ ਸੀ, ਇੱਕ ਬੇਟਾ ਤੇ ਇੱਕ ਬੇਟੀ। ਹਾਂਜੀ। ਤੇ ਕੋਈ ਦਿਓਰ ਜੇਠ ਨਹੀਂਗਾ, ਤੇ ਕਿਸ ਤਰ੍ਹਾਂ ਫਿਰ ਇਹਨਾਂ ਦੀ ਪਾਲਣ ਪੋਸ਼ਣਾ ਬੜੀ ਮੁਸ਼ਕਲ? ਪਾਲਣਾ ਕਿਤੇ ਉਹਦੇ ਭਾਂਡੇ ਮਾਂਜ, ਉਹਦੀ ਬੱਤੀਆਂ ਕਰ ਕਰਕੇ ਮੈਂ ਤਰ੍ਹਾਂ ਆਪਾਂ ਝੱਟ ਨਗਾਇਆ। ਭੈਣ ਭਰਾ ਕਿੰਨਾ ਕੁ ਚਿਰ ਦਿੰਦੇ ਆ। ਮਤਲਬ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਵੀ ਮਾਂਜੇ? ਸਭ ਕੰਮ ਮੈਂ ਕੀਤਾ, ਭਾਂਡੇ ਵੀ ਮਾਂਜੇ, ਗੋਹਾ ਵੀ ਪੱਥਿਆ ਮੈਂ। ਨਹੀਂ, ਜੱਟ ਜ਼ਿਮੀਂਦਾਰ ਪਰਿਵਾਰ ਆ? ਹਾਂ, ਜੱਟ ਜ਼ਿਮੀਂਦਾਰ ਆ। ਜ਼ਮੀਨ ਤੁਹਾਨੂੰ ਦੱਸਿਆ ਸੀ, ਕਿੱਲੇ ਵੀ ਘੱਟ ਸੀ, ਉਹ ਸਾਡੇ ਬਾਪੂ ਨੇ ਵੇਚਤੀ। ਤੁਹਾਡੇ ਸਹੁਰਾ ਸਾਹਿਬ ਨੇ? ਹਾਂ, ਵੇਚਤੀ ਉਹਨਾਂ ਨੇ। ਸਾਡਾ ਬਾਪੂ ਅੱਖ ਨਹੀਂ ਲੱਗਦਾ ਹੁੰਦਾ, ਹੁਣ ਬਿਨ ਪੁੱਛਿਆ ਵੇਚਤੀ ਉਹਨੇ ਪੈਲੀ। ਅੱਛਾ। ਬਹੁਤ ਮੁਸ਼ਕਲ ਸਾਡੇ ਘਰ ਦਾ ਝੱਟ ਲੰਘਣ ਡਿਆ, ਬਹੁਤਾ ਜ਼ਿਆਦਾ ਮੁਸ਼ਕਲ ਆ। ਮੇਰਾ ਗੁੱਟ ਟੁੱਟ ਗਿਆ, ਇਹ ਇਲਾਜ ਖੁਣ ਪੱਥਰੀਆਂ, ਮੇਰੇ ਅਟੈਕ ਹੋ ਗਿਆ 2-3 ਵਾਰ ਮੈਨੂੰ। ਬਾਂਹ ਵੀ ਤੁਹਾਡੀ ਵਿੰਗੀ ਹੋ ਗਈ ਆ? ਇਲਾਜ ਖੁਣ ਸੂਤਰ ਹੋਈ ਨਹੀਂ, ਮਤਲਬ ਇਲਾਜ ਹੀ ਨਹੀਂ ਹੋ ਸਕਿਆ। ਇਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਫਿਰ ਤੁਹਾਨੂੰ ਕੋਈ ਸੇਵਾ ਮਿਲੀ ਜਿਹੜੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਇੱਕ ਬਣਾਈ ਸੀ ਲਿਸਟ, ਉਹਨਾਂ ਦੇ ਵਿੱਚ ਪੌਣੇ 2 ਲੱਖ ਮਿਲਿਆ ਸੀ ਉਦੋਂ? ਮਿਲਿਆ ਸੀ। ਅੱਛਾ। ਹਾਂ, ਮਿਲਿਆ ਸੀ। ਉਹ ਅਸੀਂ ਝੂਠ ਨਹੀਂ ਮਾਰਨਾ। ਅੱਛਾ, ਉਹਨਾਂ ਪੈਸਿਆਂ ਦਾ ਕੀ ਕੀਤਾ, ਸੰਭਾਲੇ ਕਿ ਜਾਂ ਉਹ ਕਿਤੇ ਖਰਚੇ ਵਰਤੇ ਗਏ? ਘਰਾਂ 'ਚ ਵਰਤੇ ਗਏ। ਅੱਛਾ, ਉਹ ਤੁਹਾਨੂੰ ਮਿਲੇ ਸਨ ਜਾਂ ਤੁਹਾਡੇ ਸਹੁਰਾ ਸਾਹਿਬ ਨੇ ਰੱਖ ਲਏ? ਨਹੀਂ, ਮੈਨੂੰ ਮਿਲੇ ਸੀ। ਤੁਹਾਨੂੰ ਮਿਲੇ ਸੀ? ਮੈਨੂੰ ਮਿਲੇ ਸੀ। ਅੱਛਾ। ਛੋਟੇ ਛੋਟੇ ਬੱਚੇ, ਤੁਹਾਨੂੰ ਪਤਾ ਬੱਚੇ ਪਾਲਣੇ ਬੜੇ ਔਖੇ ਆ। ਜੀ ਜੀ। ਹਾਂ।
ਤੇ ਕਿੰਨਾ ਪੜਿਆ ਤੁਹਾਡਾ ਬੇਟਾ? 10 10 ਪੜ੍ਹ ਕੇ ਤੇ ਹੁਣ ਅੱਜ ਕੱਲ੍ਹ ਕੀ ਕੰਮ ਕਰਦਾ ਉਹ? ਅੱਜ ਕੱਲ੍ਹ ਵੈਲਡਿੰਗ ਦਾ ਕੰਮ ਹੈ, ਜਦੋਂ ਕਿਤੇ ਚਲੇ ਗਿਆ ਪੈਸੇ ਕੰਮ ਮਿਲ ਗਿਆ ਉਹਨੂੰ ਚਲੇ ਗਿਆ। ਅੱਛਾ, ਹਾਂ, ਮਤਲਬ ਮਿਹਨਤ ਮਜ਼ਦੂਰੀ ਕਰ ਰਿਹਾ। ਮਿਹਨਤ ਮਜ਼ਦੂਰੀ ਕਰ ਰਿਹਾ। ਹੋਰ ਕੋਈ ਜਥੇਬੰਦੀ ਜਾਂ ਉਹਦਾ ਕੋਈ ਨਾਲ ਦਾ ਸਿੰਘ ਜਾਂ ਕਦੀ ਕੋਈ ਲੀਡਰ, ਕਦੀ ਕਿਸੇ ਤਰ੍ਹਾਂ ਕੋਈ ਹੋਰ ਕਿਤੇੋਂ ਮਦਦ ਮਿਲੀ ਹੋਵੇ? ਨਾ ਇਹੋ ਸਾਨੂੰ ਮਿਲੀ, ਪੌਣੇ 2 ਲੱਖ ਮਿਲਿਆ ਸਾਨੂੰ। ਠੀਕ ਹੈ। ਤੇ ਜਾਂ ਸਾਡੇ ਆਵੇ ਬਾਥਰੂਮ ਬਣਾ ਕੇ ਦਿੱਤੇ ਆ। ਇਹ ਉਹਨਾਂ ਖਾਲਸਾ ਸੇਵਾ ਵਾਲਿਆਂ ਨੇ? ਹਾਂ, ਖਾਲਸਾ ਸੇਵਾ ਵਾਲਿਆਂ ਨੇ। ਬਾਪੂ ਸਾਡਾ ਦਾ ਭੋਗ ਹੀ ਉਹਨਾਂ ਪਾਇਆ ਸੀ। ਅੱਛਾ ਜੀ। ਹਾਂ, ਆਏ ਸੀਗੇ। ਹਾਂ ਅੱਛਾ, ਹਾਂ। ਇਹ ਭਾਈ ਧਰਮਿੰਦਰ ਸਿੰਘ ਹੋਣੀ ਆ ਖਾਲਸਾ ਸੇਵਾ ਵਾਲੇ, ਉਹ ਕਰਦੇ ਰਹੇ ਸੇਵਾ ਦਾ ਮਤਲਬ ਉਹ ਆਉਂਦੇ ਰਹੇ? ਵੀਰ ਜੀ ਇਹ ਜਿਹੜਾ ਆਉਂਦਾ ਰਿਹਾ ਸਾਡੇ। ਇਹਦਾ ਮਤਲਬ ਕਿਤੇ ਨਾ ਕਿਤੇ ਉਹ ਥੋੜੀ ਬਹੁਤੀ ਤੁਹਾਡੀ ਮਦਦ ਕਰਦੇ ਰਹੇ ਨੇ ਖਾਲਸਾ ਸੇਵਾ ਵਾਲੇ? ਹਾਂ, ਕਰਦੇ ਰਹੇ। ਮੈਨੂੰ ਨਾ 2 ਮਹੀਨੇ 6000 ਦੇ ਕੇ ਜਾਂਦੇ ਰਹੇ, 2 ਮਹੀਨੇ ਆਉਂਦੇ ਰਹੇ ਆ। ਠੀਕ। ਹਾਂ, ਆ ਵੇਖੋ ਲਿਸਟਾਂ ਮੈਂ ਸਾਂਭੀਆਂ ਵਾ ਤੇ ਬਾਥਰੂਮ ਉਹਨਾਂ ਬਣਾ ਕੇ ਦਿੱਤੇ, ਆਂਦੇ ਤੁਹਾਨੂੰ ਕਮਰੇ ਪਾ ਕੇ ਦੇਵਾਂਗੇ। ਅੱਛਾ। ਹਾਂ, ਤੇ ਮੁੜ ਕੇ ਨਹੀਂ ਆਏ ਹੈਗੇ। ਚਲੋ ਕੋਈ ਨਹੀਂ, ਸਤਿਗੁਰੂ ਕਿਰਪਾ ਕਰਨਗੇ ਜੀ। ਕੁਝ ਸੰਸਥਾਵਾਂ ਐਸੀਆਂ ਹੈਗੀਆਂ ਨੇ ਜਿਹੜੀਆਂ ਤੁਹਾਡੇ ਵਰਗੇ ਪਰਿਵਾਰਾਂ ਦੀ ਮਦਦ ਕਰ ਰਹੀਆਂ ਨੇ। ਖਾਲਸਾ ਸੇਵਾ ਯੂਕੇ ਦੀ ਇੱਕ ਬੜੀ ਵਧੀਆ ਸੰਸਥਾ ਹੈ ਤੇ ਬੜੀ ਵਧੀਆ ਢੰਗ ਨਾਲ ਇਹ ਵੀ ਸੇਵਾ ਕਰ ਰਹੀ ਆ ਪਰਿਵਾਰਾਂ ਦੇ ਵਿੱਚ। ਤੇ ਘਰ ਦੇ ਵਿੱਚ ਮੈਂ ਵੇਖ ਰਿਹਾ ਜੀ, ਘਰ ਤੇ ਉਹੀ ਪੁਰਾਣੇ ਹੀ ਬਣੇ ਆ ਤੁਹਾਡੇ? ਨਹੀਂ ਜੀ, ਉਹੋ ਹੀ ਬਣਿਆ। ਅਸੀਂ ਕੁਛ ਕਰ ਨਹੀਂ ਸਕੇ ਮੁੜ ਕੇ, ਅਸੀਂ ਮੁੜ ਕੇ ਆਈਟਮ ਨਹੀਂ ਲਾ ਸਕੇ। ਪੇਕੇ ਕੋ ਮਾੜਾ ਮੋਟਾ ਆਸਰਾ ਕਰਦੇ ਜੀ? ਪੇਕੇ ਵੀ ਤੁਹਾਨੂੰ ਪਤਾ ਕਿੰਨਾ ਕੁ ਚਿਰ ਕਰਦੇ ਆ। ਬੱਚੇ ਛੋਟੇ ਉਹਨੂੰ ਕਰਦੇ ਰਹੇ, ਹੁਣ ਨਹੀਂ ਕਰਦੇ ਕੋਈ ਵੀ। ਹੁਣ ਇਸ ਤਰ੍ਹਾਂ ਹੀ ਆਪਣੇ ਬਾਲ ਕੇ ਸਿੱਖਣ ਡਏ ਆ। ਕਦੀ ਉਦੋਂ ਸਮਝਾਇਆ ਨਹੀਂ ਸੀ ਵੀ ਬੱਚੇ ਛੋਟੇ ਆ ਤੇ ਤੁਸੀਂ ਕਿਹੜੇ ਰਸਤੇ ਚੱਲ ਪਏ ਹੋ? ਆਉਂਦੇ ਰਹੇ, ਨਹੀਂ ਇਹ ਆਖੇ ਲੱਗਦੇ। ਬਥੇਰਾ ਹੀ ਆਖਿਆ ਵੀ ਆਪਣਾ ਕੌਣ ਆ ਤੁਹਾਡੇ ਤੋਂ ਬਗੈਰਾ, ਛੋਟੇ ਮੇਰੇ ਬੱਚੇ ਆ। ਨਹੀਂ ਆਖਿਆ ਮੈਂ ਜਾਣਾ ਹੀ ਜਾਣਾ। ਕਈ ਵਾਰੀ ਆਂਢ ਗੁਆਂਢ ਨਾਲ ਦੱਸਣਾ ਕਿੰਨੇ ਦਿਨ, ਆਖਣਾ ਇੱਥੇ ਵਾਂਢੇ ਗਿਆ। ਕਿਸਾਨ ਮੁੜ ਕੇ ਪੁਲਿਸ ਤੰਗ ਕਰੂਗੀ। ਕੱਲਾ ਹੀ ਮਾਪਿਆਂ ਦਾ ਪੁੱਤ ਸੀ ਤੇ ਕੱਲਾ ਹੀ ਗਾਂ ਤੁਹਾਡਾ ਪੁੱਤਰ ਆ? ਹਾਂਜੀ, ਕੱਲਾ ਸਾਡਾ ਬਾਪੂ ਹੀ। ਅੱਛਾ। ਹਾਂ, ਸਹੁਰਾ ਮੇਰਾ ਕੱਲਾ ਹੀ। ਹੁਣ ਸਾਡਾ ਬਹੁਤ ਹੀ ਮੁਸ਼ਕਲ ਝੱਟ ਲੰਘਣ ਡਿਆ ਸਾਡਾ। ਨਹੀਂ, ਕਿਸ ਤਰ੍ਹਾਂ ਜਿਸ ਤਰ੍ਹਾਂ ਬੇਟਾ ਤੁਹਾਡਾ ਮਿਹਨਤ ਮਜ਼ਦੂਰੀ ਕਰਕੇ ਕਿੰਨੇ ਕੁ ਪੈਸੇ ਤਕਰੀਬਨ ਕਮਾ ਕੇ ਲੈ ਆਉਂਦਾ ਮਹੀਨੇ ਦੇ? ਮਹੀਨੇ ਦੇ ਤਾਂ ਪੂਰੇ ਦਿਨ ਲੱਗਣ ਤੇ ਫੇਰ ਆ ਨਾ, ਪੂਰੇ ਦਿਨ ਨਹੀਂ ਲੱਗਦੇ। ਠੀਕ। ਹਾਂ, ਹੁਣ ਮੇਰਾ ਏਡਾ ਕਿ ਮੇਰਾ ਪੋਤਰਾ ਆਇਆ ਸੀ, ਪੜ੍ਹਾਈ ਖਣੋ ਵੀ ਬੈਠੇ ਆ ਵੀ ਇਹਨੂੰ ਪੜ੍ਹਨੇ ਕਿਸ ਤਰ੍ਹਾਂ ਮੈਂ ਪਾਵਾਂ। ਉਹ ਹੁਣ ਆਪਣਾ ਉਹਨੇ ਸੈੱਟ ਸੁੱਟ ਬਣਾਇਆ ਵੈਲਡਿੰਗ ਦਾ ਕਿ ਜਾਂ ਕਿਸੇ ਨਾਲ ਕੰਮ ਕਰਦਾ? ਨਹੀਂ, ਕਿਸੇ ਦੇ ਨਾਲ ਜਾਂਦਾ ਕਿਸੇ ਦੇ। ਅੱਛਾ। ਆਪਣਾ ਨਹੀਂ ਬਣਾਇਆ ਕੁਛ ਵੀ। ਜੇ ਉਹਨੂੰ ਆਪਣਾ ਵੈਲਡਿੰਗ ਸੈੱਟ ਵਗੈਰਾ ਲਿਆ ਦਈਏ ਤੇ ਉਹ ਆਪਣਾ ਕੰਮ ਸ਼ੁਰੂ ਕਰ ਸਕਦਾ, ਉਹ ਵਧੀਆ ਤਰੀਕੇ ਨਾਲ, ਥੋੜਾ ਜਿਹਾ ਹੋਰ ਆਮਦਨ ਹੋ ਜੂਗੀ? ਨਹੀਂ, ਉਹ ਤਾਂ ਕਰ ਹੀ ਲਊਗਾ, ਕਰ ਸਕੂਗਾ ਉਹ ਤੇ। ਚਲੋ ਕੋਈ ਨਹੀਂ, ਆਪਾਂ ਉਹਨਾਂ ਨਾਲ ਫੋਨ ਤੇ ਗੱਲ ਕਰ ਲਵਾਂਗੇ ਵੀ ਜੇ ਇਸ ਤਰ੍ਹਾਂ ਕੋਈ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹੋਈਏ ਤੇ ਕੁਛ ਨਾ ਕੁਛ ਕਰਨ ਵਾਲੀ ਤੇ ਸਤਿਗੁਰੂ ਨੇ ਸੰਗਤ ਹੀ ਹੈ ਜੀ। ਅਸੀਂ ਤੇ ਚਲੋ ਤੁਹਾਡੀ ਗੱਲ ਜਿਹੜੀ ਅੱਜ ਇਸ ਕੈਮਰੇ ਦੇ ਰਾਹੀਂ ਸਾਰੀ ਸੰਗਤ ਤੱਕ ਪਹੁੰਚ ਜਾਣੀ ਆ ਤੇ ਚਲੋ ਮਹਾਰਾਜ ਕਰਦਾ ਹੁੰਦਾ ਵਾ। ਹਾਂਜੀ। ਹਾਂ, ਕਿਉਂਕਿ ਸਾਡੀ ਡਿਊਟੀ ਸਤਿਗੁਰੂ ਨੇ ਕੁਛ ਇਸ ਤਰ੍ਹਾਂ ਦੀ ਲਾਈ ਆ ਕਿ ਤੁਹਾਡੇ ਵਰਗੇ ਪਰਿਵਾਰਾਂ ਦੇ ਦੁੱਖਾਂ ਤਕਲੀਫਾਂ ਦੀ ਗੱਲ ਜਿਹੜੀ ਅਸੀਂ ਸੰਗਤ ਤੱਕ ਪਹੁੰਚਾ ਦਿੰਦੇ ਹਾਂ। ਅਸੀਂ ਬਿਮਾਰ ਹੋ ਗਏ ਤਾਂ ਅਸੀਂ ਦਵਾਈ ਲੈਣ ਜੋਗੇ ਨਹੀਂ ਹੈਗੇ, ਦਵਾਈ ਨਹੀਂ ਜੁੜਦੀ। ਹੁਣ ਪਰਸੋਂ ਦਾ ਮੇਰਾ ਬਲੱਡ ਵਧਿਆ ਵਾ ਕਿ ਇੱਥੋਂ ਜਾਣ ਕੇ 2 ਗੋਲੀਆਂ ਖਾ ਰਹੀਆਂ ਤੇ ਖਾ ਲਈਆਂ। ਇਹ ਤਾਂ ਤੁਸੀਂ ਸਾਡੀ ਮਦਦ ਕਰੋ। ਸੰਗਤ ਨੂੰ ਬੇਨਤੀ ਕਰੋ ਜੀ, ਕਰਨ ਵਾਲੀ ਤੇ ਸੰਗਤ ਹੀ ਹੈ। ਇਸ ਵਕਤ ਘਰ ਦੇ ਵਿੱਚ ਹੈਗਾ ਕੋਈ 2-4 ਹਜ਼ਾਰ ਰੁਪਇਆ ਪਿਆ? ਨਾ, ਸਾਡੇ ਇੱਕ ਪੈਸਾ ਨਹੀਂ ਹੈਗਾ ਘਰ। ਇੱਕ ਪੈਸਾ ਨਹੀਂ ਹੈਗਾ? ਨਾ। ਤੇ ਫਿਰ ਇਹ ਰਸੋਈ ਚੁੱਲ੍ਹਾ ਵਗੈਰਾ ਕਿੰਨਾ ਔਖਾ ਹੀ ਚੱਲਦਾ? ਜਦੋਂ ਮੁੰਡਾ ਲਿਆਉਂਦਾ ਉਹਦਾ ਪਾ ਲਈਦਾ ਥੋੜਾ ਬਹੁਤਾ ਸੌਦਾ। ਅੱਛਾ। ਤੇ ਫਿਰ ਮੁੱਕ ਜਾਂਦਾ, ਫਿਰ ਮਹਾਰਾਜ ਵਾਲੀ ਵਾਰਸ। ਸਾਧ ਸੰਗਤ ਜੀ, ਇਹ 1-2-4 ਪਰਿਵਾਰਾਂ ਦੀ ਗੱਲ ਨਹੀਂ ਹੈ। ਇਸ ਤਰ੍ਹਾਂ ਦੇ ਹਜ਼ਾਰਾਂ ਪਰਿਵਾਰ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਆਮਦਨ ਦਾ ਸਾਧਨ ਨਹੀਂ ਹੈ, ਕੋਈ ਬੇਸਿਕ ਸਹੂਲਤਾਂ ਤੋਂ ਵਾਂਝੇ ਪਰਿਵਾਰ
ਕਿਉਂਕਿ ਘਰ ਦੇ ਵਿੱਚੋਂ ਜਦੋਂ ਤੁਰਨੇ ਸਰ ਬੰਦੇ ਉਦੋਂ ਸੰਘਰਸ਼ ਦੀ ਭੇਂਟ ਚੜ੍ਹ ਗਏ। ਬੱਚੇ ਕੋਈ ਵਧੀਆ ਤਰੀਕੇ ਨਾਲ ਪੜ੍ਹਾਈ ਨਹੀਂ ਕਰ ਸਕੇ ਅਤੇ ਕੋਈ ਹੋਰ ਜ਼ਮੀਨ ਜਾਇਦਾਦ ਹੈ ਨਹੀਂ ਸੀ ਅਤੇ ਬੜੀਆਂ ਮੁਸ਼ਕਲਾਂ ਦਾ ਨਾਲ ਇਹ ਪਰਿਵਾਰ ਜਿਹੜੇ ਆ ਜ਼ਿੰਦਗੀ ਇਹਨਾਂ ਨੇ ਕੱਟੀ ਹੈ। ਚਲੋ ਹੁਣ ਕੋਸ਼ਿਸ਼ ਕਰਦੇ ਹਾਂ ਜੀ, ਸਤਿਗੁਰੂ ਕਿਰਪਾ ਕਰਨਗੇ ਜੀ। ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਾਡੀ ਇੱਕ ਸੰਸਥਾ ਜੀ ਕੈਨੇਡਾ ਦੀ। ਅੱਜ ਅਸੀਂ ਉਹਦੇ ਵੱਲੋਂ ਤੁਹਾਨੂੰ 10,000 ਰੁਪਈਆ ਦੇ ਜਾਂਦੇ ਹਾਂ ਅਤੇ ਤੁਸੀਂ ਆਪਣਾ ਇਲਾਜ ਘਰ 'ਚ ਰਾਸ਼ਨ ਪਹਿਲਾਂ ਪਾਓ। ਹਾਂਜੀ, ਕੋਈ ਮਹੀਨੇ 2 ਮਹੀਨਿਆਂ ਦਾ ਰਾਸ਼ਨ ਪਾਓ, ਦਵਾਈ ਦਾਰੂ ਆਪਣਾ ਲਵੋ। ਬਾਕੀ ਸੰਗਤ ਜਿਹੜੀ ਉਹ ਕਰਨ ਯੋਗ ਆ। ਤੁਹਾਡੇ ਬੇਟੇ ਨਾਲ ਸਲਾਹ ਕਰਦੇ ਹਾਂ, ਜੋ ਇੱਥੇ ਹੁੰਦਾ ਤਾਂ ਉਹਦੇ ਨਾਲ ਗੱਲ ਕਰ ਲੈਂਦੇ ਅਤੇ ਉਹਨੂੰ ਪੁੱਛ ਲੈਂਦੇ ਹਾਂ ਵੀ ਜੇ ਤੈਨੂੰ ਕੋਈ ਅਸੀਂ ਵੈਲਡਿੰਗ ਵਾਲਾ ਸਮਾਨ ਲੈ ਦਈਏ ਅਤੇ ਉਹ ਆਪਣੀ ਰੋਜੀ ਰੋਟੀ ਥੋੜ੍ਹੀ ਜਿਹੀ ਬਿਹਤਰ ਢੰਗ ਦੇ ਨਾਲ ਜੇ ਉਹ ਕਰ ਸਕਦਾ ਅਤੇ ਚਲੋ ਬੜੀ ਚੰਗੀ ਗੱਲ ਆ। ਅਤੇ ਕੋਈ ਗੱਲ ਨਹੀਂ, ਅਸੀਂ ਫੋਨ 'ਤੇ ਉਹਦੇ ਕੋਲੋਂ ਜਾਣਕਾਰੀ ਲੈ ਲਾਂਗੇ। ਬਾਕੀ ਤੁਸੀਂ ਤੁਹਾਡੇ ਪੋਤਰੇ ਨੇ, ਉਹਨਾਂ ਨੂੰ ਹਾਂਜੀ, ਉਹ ਬੇਟੇ ਨੂੰ ਤੁਸੀਂ ਉਹਦਾ ਦਾਖਲਾ ਵੀ ਕਰਾਓ ਇਹਦੇ 'ਚੋਂ ਕੁਛ ਪੈਸਿਆਂ ਦੀ ਐਡਮਿਸ਼ਨ ਦੀ ਹੋਰ ਲੋੜ ਪਈ ਤਾਂ ਅਸੀਂ ਸੰਗਤ ਨੂੰ ਬੇਨਤੀ ਕਰ ਦਿੰਦੇ ਹਾਂ ਵੀ ਕਿਤੇ ਨਾ ਕਿਤੇ ਤੁਹਾਡੇ ਬੱਚਿਆਂ ਦੀਆਂ ਫੀਸਾਂ ਦਾ, ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਜਿਹੜਾ ਕਿਤੇ ਨਾ ਕਿਤੇ ਕੋਈ ਨਾ ਕੋਈ ਗੁਰਮੁਖ ਪਿਆਰਾ ਤੁਹਾਡੀ ਇਹ ਵੇ। ਤੁਸੀਂ ਪੁੱਤ ਕਰਨਾ, ਮੇਰਾ ਕੋਈ ਆਸਰਾ ਨਹੀਂ ਹੈਗਾ, ਮੈਂ ਬੜੀ ਦੁਖੀ ਹਾਂ। ਪਿੰਡ ਠਰੂ ਜਿਹੜਾ ਹੈ ਇਹ ਐਸਾ ਪਿੰਡ ਆ। ਇਸ ਪਿੰਡ ਦੇ ਵਿੱਚ ਹੋਰ ਵੀ 5-6 ਨੌਜਵਾਨ ਜਿਹੜੇ ਨੇ ਇਸ ਸੰਘਰਸ਼ ਦੀ ਭੇਂਟ ਚੜ੍ਹੇ ਨੇ। ਭਾਈ ਰਣਜੀਤ ਸਿੰਘ ਰਾਣਾ ਠਰੂ ਬੜਾ ਵੱਡਾ ਚਰਚਿਤ ਨਾਂ ਸੀ ਖਾੜਕੂ ਸਫਾਂ ਦੇ ਵਿੱਚ, ਉਹ ਇਸੇ ਪਿੰਡ ਤੋਂ ਸੀਗਾ। ਅਤੇ ਵੇਖਦੇ ਹਾਂ, ਕੋਸ਼ਿਸ਼ ਕਰਦੇ ਹਾਂ ਸ਼ਾਇਦ ਉਸ ਘਰ ਦੇ ਵਿੱਚ ਵੀ ਸਾਨੂੰ ਜਾਣ ਦਾ ਮੌਕਾ ਮਿਲ ਜਾਵੇ। ਅਤੇ ਕੋਈ ਗੱਲ ਨਹੀਂ, ਤੁਸੀਂ ਬੀਬੀ ਜੀ ਸਤਿਗੁਰੂ ਕਿਰਪਾ ਕਰਨਗੇ, ਕਿਉਂਕਿ ਜੇ ਤਕਲੀਫਾਂ ਦੁੱਖਾਂ ਦੇ ਵਿੱਚ ਉਹ ਪਾਉਂਦਾ ਤਾਂ ਫਿਰ ਕੱਢਦਾ ਵੀ ਉਹੀ ਆ। ਮੈਂ ਬੜੇ ਵਕਤ ਵੇਖੇ ਜਨਮ ਦਾ ਸ਼ਹੀਦ ਹੋਏ, ਬਹੁਤ ਵਕਤ ਵੇਖੇ ਮੈਂ ਮੰਗ ਕੇ ਵੀ ਖਾਧਾ। ਮਤਲਬ ਇਸ ਤਰ੍ਹਾਂ ਦੇ ਵੀ ਦਿਨ ਵੇਖੇ ਵੀ ਮੰਗ ਕੇ ਖਾਣ ਦੀ ਵੀ ਨੌਬਤ ਆ ਗਈ। ਹਾਂਜੀ, ਜਦੋਂ ਬੱਚੇ ਛੋਟੇ ਛੋਟੇ ਆ, ਸਾਰਾ ਮੇਰਾ ਗੁਜ਼ਰ ਗਿਆ ਅਤੇ ਫਿਰ ਮੈਂ ਇਕੱਲੀ, ਮੈਂ ਕੀ ਕਰਨਾ। ਕਿਸੇ ਕੋਲੋਂ ਆਟਾ ਲੈ ਆਉਣਾ, ਕਿਸੇ ਕੋਲੋਂ ਕੁਝ ਖਾਣ ਨੂੰ ਲੈ ਆਉਣਾ, ਇਸ ਤਰ੍ਹਾਂ ਹੁੰਦੀ ਰਹੀ ਮੇਰੇ ਨਾਲ। ਬੜੇ ਵਕਤ ਵੇਖੇ ਮੈਂ, ਹੁਣ ਨਹੀਂ ਵੇਖੇ ਜਾਂਦੇ, ਉਹ ਸਰੀਰ ਨਹੀਂ ਹੈਗਾ। ਸਾਧ ਸੰਗਤ ਜੀ, ਬੜੀ ਦੇਰ ਹੋ ਗਈ ਹੈ, 5 ਸਾਲ ਤੋਂ ਵੱਧ ਸਮਾਂ ਹੋ ਗਿਆ ਇਹਨਾਂ ਪਰਿਵਾਰਾਂ ਦੇ ਘਰਾਂ 'ਚ ਜਾਂਦਿਆਂ। ਅੱਜ ਸ਼ਾਇਦ ਇਹ ਗੱਲ ਤੁਹਾਨੂੰ ਪਹਿਲੀ ਵਾਰੀ ਸੁਣਨ ਨੂੰ ਮਿਲੀ ਆ ਕਿ ਜਾਂ ਕਈ ਵਾਰੀ ਪਰਿਵਾਰ ਪਰਦਾ ਰੱਖ ਜਾਂਦੇ ਆ ਕਿ ਇੱਕ ਖਾੜਕੂ ਪਰਿਵਾਰ ਦੇ ਪਿੱਛੇ ਉਹਦੀ ਪਤਨੀ ਬੱਚਿਆਂ ਦਾ ਇਹ ਹਾਲ ਹੋ ਗਿਆ ਕਿ ਮੰਗ ਕੇ ਖਾਣ ਦੀ ਨੌਬਤ ਆ ਗਈ। ਇਹ ਹਾਲ ਜੇ ਪੰਥ ਦੇ ਲੇਖੇ ਆਪਣੀਆਂ ਜਾਨਾਂ ਲਾਉਣ ਵਾਲਿਆਂ ਦਾ। ਕਿਤੇ ਨਾ ਕਿਤੇ ਤੇ ਗਲਤੀ ਕਿਤੇ ਹੋ ਰਹੀ ਸੀ ਹੁਣ ਤੱਕ। ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ, ਬੜੀ ਪਾਰਦਰਸ਼ਤਾ ਦੇ ਨਾਲ, ਪੂਰੀ ਇਮਾਨਦਾਰੀ ਦੇ ਨਾਲ ਸੰਗਤਾਂ ਵੱਲੋਂ ਭੇਜੀ ਸੇਵਾ ਜਿਹੜੀ ਹੈ ਇਹਨਾਂ ਪਰਿਵਾਰਾਂ ਤੱਕ ਪਹੁੰਚਾਉਣ ਲਈ, ਤਾਂ ਕਿ ਆਪਣੇ ਬੱਚਿਆਂ ਨੂੰ ਅੱਛਾ ਪੜ੍ਹਾ ਸਕਣ, ਅੱਛੀਆਂ ਸਿਹਤ ਸਹੂਲਤਾਂ ਜਿਹੜੀਆਂ ਨੇ ਉਹ ਲੈ ਸਕਣ, ਘਰ ਦੀਆਂ ਬੇਸਿਕ ਜਿਹੜੀਆਂ ਇਹਨਾਂ ਦੀਆਂ ਲੋੜਾਂ ਨੇ ਉਹ ਪੂਰੀਆਂ ਹੋ ਸਕਣ। ਔਰ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਖਾਲਸਾ ਸੇਵਾ UK ਦੀ ਇਹ ਸੰਸਥਾ ਜੀ, ਜਿਹੜੀ ਇਸ ਪਰਿਵਾਰ ਦੀ ਕਿਤੇ ਗਾਹੇ ਬਗਾਹੇ ਜਿਹੜੀ ਉਹ ਮਦਦ ਕਰਦੀ ਰਹੀ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ। ਅਤੇ ਅੱਜ ਜੋ ਇਹ ਹਾਲ ਪਰਿਵਾਰ ਦਾ ਵੇਖਿਆ ਜੀ, ਬਾਕੀ ਘਰ ਦੇ ਹਾਲਾਤ ਤੁਹਾਨੂੰ ਸਾਡੇ ਕੈਮਰੇ ਦੀ ਅੱਖ ਨੇ ਦਿਖਾਉਣੇ ਆ ਜੀ
ਭਈ ਤੁਹਾਨੂੰ ਪਤਾ ਲੱਗ ਜਾਣਾ ਵੀ ਘਰ ਦੇ 'ਚ ਕੀ ਕੁਝ ਹੈ ਜੀ। ਸਾਧ ਸੰਗਤ ਜੀ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਹਰ ਵਾਰ ਦੀ ਤਰ੍ਹਾਂ ਜਿਸ ਵੀ ਸ਼ਹੀਦ ਪਰਿਵਾਰ 'ਚ ਅਸੀਂ ਜਾਂਦੇ ਹਾਂ ਔਰ ਘੱਟ ਤੋਂ ਘੱਟ 10,000 ਰੁਪਏ ਦੀ ਸੇਵਾ ਜਿਹੜੀ ਆ ਉਹ ਪਰਿਵਾਰ ਦੇ ਜਿਹੜੀ ਸਪੁਰਦ ਜ਼ਰੂਰ ਅਸੀਂ ਕਰਦੇ ਹਾਂ। ਇਹ ਸਭ ਆਪ ਸਭ ਸੰਗਤਾਂ ਦੇ ਵੱਲੋਂ ਜਿਹੜੀ ਸੇਵਾ ਭੇਜੀ ਜਾਂਦੀ ਆ ਸਾਡੇ ਕੁਛ NRI ਭੈਣ ਭਰਾਵਾਂ ਵੱਲੋਂ, ਇਹ ਉਸੇ ਸੇਵਾ ਦੇ ਵਿੱਚੋਂ ਹੀ ਇਹ ਸੰਭਵ ਹੋ ਪਾਉਂਦਾ ਹੈ। ਕਿਉਂਕਿ ਜਿੰਨੀ ਸੇਵਾ ਆਉਂਦੀ ਹੈ ਉਨੇ ਹੀ ਵੱਧ ਪਰਿਵਾਰਾਂ ਦੇ ਵਿੱਚ ਅਸੀਂ ਜਾ ਕੇ ਉਹਨਾਂ ਦੀਆਂ ਦੁੱਖ ਤਕਲੀਫਾਂ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾ ਦਿੰਦੇ ਹਾਂ। ਤੁਸੀਂ ਕਿਰਪਾ ਕਰਿਓ ਕਿ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਅਕਾਊਂਟ ਦੇ ਵਿੱਚ ਪੇਪਾਲ ਰਾਹੀਂ, ਟ੍ਰਾਂਸਫਰ ਰਾਹੀਂ ਜਿਵੇਂ ਵੀ ਸੰਭਵ, ਅਤੇ ਕੋਸ਼ਿਸ਼ ਕਰਿਓ ਸਾਨੂੰ ਕੋਈ ਤੁਹਾਡੀ ਜ਼ਿਆਦਾ ਵੱਡੀ ਰਕਮ ਨਹੀਂ ਚਾਹੀਦੀ, ਸਿਰਫ $2 ਪਰ ਮੰਥ ਦੇ ਇਸ ਅਕਾਊਂਟ ਦੇ ਵਿੱਚ ਤੁਸੀਂ ਪਾਈ ਜਾਇਓ ਅਤੇ ਅਸੀਂ ਇਹਨਾਂ ਪਰਿਵਾਰਾਂ ਦੇ ਦੁੱਖ ਵੰਡਾਉਣ ਦੇ ਵਿੱਚ ਆਪਣਾ ਜਿਹੜਾ ਭੂਮਿਕਾ ਜਿਹੜੀ ਆ ਪਹਿਲਾਂ ਵੀ ਨਿਭਾਉਂਦੇ ਆਏ ਹਾਂ ਅਤੇ ਗਾਂ ਵੀ ਨਿਭਾਉਂਦੇ ਰਹਾਂਗੇ। ਹਰ ਮਹੀਨੇ $2, ਜਿਵੇਂ ਮੈਂ ਹਮੇਸ਼ਾ ਬੇਨਤੀ ਕਰਦਾ ਕਿ तमाम ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜਿੱਥੇ ਵੀ ਕਿਤੇ ਪੂਰੀ ਦੁਨੀਆ 'ਚ ਵੱਸਦੀਆਂ ਨੇ, ਉਹਨਾਂ ਦਾ ਸਾਨੂੰ ਸਿਰਫ ਇੱਕ $100 ਪਰ ਮੰਥ ਚਾਹੀਦਾ ਅਤੇ ਉਹਦੇ ਨਾਲ ਹੀ ਅਸੀਂ ਇਹਨਾਂ ਸ਼ਹੀਦ ਪਰਿਵਾਰਾਂ ਦੇ ਲਈ, ਇਹਨਾਂ ਦੇ ਬੱਚਿਆਂ ਦੇ ਲਈ, ਉਹਨਾਂ ਦੇ ਭਵਿੱਖ ਦੇ ਲਈ ਬਹੁਤ ਕੁਝ ਕਰ ਸਕਦੇ ਹਾਂ। ਕੋਈ ਜ਼ਿਆਦਾ ਵੱਡੀ ਰਕਮ ਨਹੀਂ, ਪਰ ਇਹਦੇ ਨਾਲ ਬਹੁਤ ਕੁਝ ਹੋ ਸਕਦਾ। ਤੁਸੀਂ ਸਾਡੇ 'ਤੇ ਭਰੋਸਾ ਕਾਇਮ ਰੱਖਿਓ। ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਮਨਜੀਤ ਸਿੰਘ ਜਿਹੜੇ ਬਰੈਂਪਟਨ ਕੈਨੇਡਾ ਦੇ ਵਿੱਚ ਇਸ ਸੰਸਥਾ ਦੇ ਮੁੱਖ ਸੇਵਾਦਾਰ ਨੇ, ਬਹੁਤ ਹੀ ਇਮਾਨਦਾਰੀ ਨਾਲ, ਬਹੁਤ ਹੀ ਪਾਰਦਰਸ਼ਤਾ ਦੇ ਨਾਲ ਸਾਰੀ ਸੇਵਾ ਨਿਭਾ ਰਹੇ ਨੇ ਔਰ ਉਹਨਾਂ ਵੱਲੋਂ ਭੇਜੀ ਸੇਵਾ ਹੀ ਜਿਹੜੀ ਹੈ ਇਹਨਾਂ ਪਰਿਵਾਰਾਂ ਤੱਕ ਲਗਾਤਾਰ ਪਹੁੰਚ ਰਹੀ ਹੈ ਜੀ। ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।